ਅੱਜ ਆਪਾਂ ਨੇ ਨੈਕਸਟ ਦੋ ਪ੍ਰੋਪਰਟੀਆਂ ਜਿਹੜੀਆਂ ਪੜ੍ਹਨੀਆਂ ਰਹਿਣੀਆਂ ਕੋਲੀਗੇਟਿਵ ਉਹ ਪੜ੍ਹਨੀਆਂ। ਪਹਿਲੀ ਹੈਗੀ ਉਹਨਾਂ 'ਚੋਂ ਫਸਟ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ। ਐਲੀਵੇਸ਼ਨ ਮਤਲਬ ਕੀ ਹੈ, ਬੋਇਲਿੰਗ ਪੁਆਇੰਟ 'ਚ ਇਨਕਰੀਜ਼ ਹੋਣਾ। ਸੇਮ ਉਹੀ ਜੋ ਪਹਿਲਾਂ ਪੜ੍ਹਿਆ ਆਪਾਂ ਨੇ ਕਿ ਏ ਕੀ ਹੋਣਾ ਸੋਲਵੈਂਟ, ਬੀ ਕੀ ਹੋਣਾ ਸਾਡੇ ਕੋਲ ਸੋਲਿਊਟ। ਠੀਕ ਹੈ, ਸੋਲਵੈਂਟ ਅਤੇ ਸੋਲਿਊਟ ਮਿਲ ਗਏ ਕੀ ਬਣ ਜਾਣਾ ਇਹ ਸੋਲਿਊਸ਼ਨ। ਠੀਕ ਹੈ ਜੀ, ਹੁਣ ਆਪਾਂ ਇਹਦਾ ਗ੍ਰਾਫ ਬਣਾਉਂਦੇ ਹਾਂ। ਦੇਖੋ ਪਹਿਲਾਂ ਸਿੰਪਲ ਗ੍ਰਾਫ ਬਣਾ ਦੇਣਾ, ਛੋਟੀ ਜਿਹੀ ਪ੍ਰੋਪਰਟੀ ਆ, ਨੂਮੈਰੀਕਲ ਵੀ ਇਹਦੇ ਸਿੰਪਲ ਜਿਹਾ ਹੀ ਹੈ, ਜੋ ਜਿੱਦਾਂ ਪਹਿਲਾਂ ਕੀਤਾ ਉਹੀ ਉੱਦਾਂ ਹੀ ਹੋ ਜਾਣਾ ਆਪਣਾ ਇਹ। ਠੀਕ ਆ, ਆਹ ਹੈਗਾ ਵੇਪਰ ਪ੍ਰੈਸ਼ਰ ਦਾ ਐਕਸਿਸ, ਆਹ ਐਕਸਿਸ ਹੈਗਾ ਸਾਡੇ ਕੋਲ ਟੈਂਪਰੇਚਰ ਦਾ। ਓਕੇ, ਹੁਣ ਦੇਖੋ ਮੈਂ ਕੀ ਕੀਤਾ ਸੋਲਵੈਂਟ। ਠੀਕ, ਸੋਲਵੈਂਟ ਦਾ ਟੈਂਪਰੇਚਰ ਵਧਾਉਣ ਲੱਗਾ। ਠੀਕ, ਉਹਦਾ ਵੇਪਰ ਪ੍ਰੈਸ਼ਰ ਵੀ ਇਨਕਰੀਜ਼ ਹੁੰਦਾ ਗਿਆ। ਕਿੱਦਾਂ ਬਣਨਾ, ਇੱਕ ਟਾਈਮ 'ਤੇ ਆ ਕੇ ਉਹਨੇ ਉਬਲਣ ਲੱਗ ਪੈਣਾ ਆ। ਉਬਲਣ ਲੱਗ ਪੈਣਾ ਮਤਲਬ ਉਹਦਾ ਬੋਇਲਿੰਗ ਪੁਆਇੰਟ, ਇੱਥੇ ਮੈਂ ਬਣਾ ਦਿੰਦਾ ਉਹਦਾ ਬੋਇਲਿੰਗ ਪੁਆਇੰਟ, ਆ ਉਹਦਾ ਬੋਇਲਿੰਗ ਪੁਆਇੰਟ। ਠੀਕ ਹੈ, ਇਹਨੂੰ ਕੱਟ ਗਿਆ ਤਾਂ ਉਹਨੇ ਉਬਲਣ ਲੱਗ ਪੈਣਾ, ਬੋਇਲ ਹੋਣ ਲੱਗ ਪੈਣਾ। ਠੀਕ ਹੈ, ਹੁਣ ਨੈਕਸਟ ਆ ਗਿਆ ਅਗਲਾ, ਇਹ ਤਾਂ ਸੀਗਾ ਸੋਲਵੈਂਟ। ਠੀਕ, ਹੁਣ ਜਦੋਂ ਮੈਂ ਇਹਦੇ ਵਿੱਚ ਕੀ ਐਡ ਕਰਤਾ ਸੋਲਿਊਟ। ਠੀਕ, ਤਾਂ ਸੋਲਿਊਟ ਐਡ ਕਰਤਾ ਤਾਂ ਬੋਇਲਿੰਗ ਪੁਆਇੰਟ ਥੋੜ੍ਹਾ ਵੱਧ ਜਾਣਾ ਨਾ। ਪਹਿਲਾਂ ਸਪੋਜ਼ ਇਹ ਬੋਇਲ ਹੁੰਦਾ ਸੀਗਾ 100 ਡਿਗਰੀ 'ਤੇ, ਸਿੰਪਲ ਆਪਾਂ ਵਾਟਰ ਦੀ ਗੱਲ ਕਰਦੇ ਹਾਂ, ਕਿੰਨੇ 'ਤੇ ਬੋਇਲ ਹੋ ਜਾਂਦਾ 100 ਡਿਗਰੀ 'ਤੇ ਪਿਓਰ। ਹੁਣ ਜਦੋਂ ਇਹਦੇ 'ਤੇ ਮੈਂ ਕੁਛ ਐਡ ਕਰ ਦਿੱਤਾ, ਜਿੱਦਾਂ ਸ਼ੂਗਰ ਐਡ ਕਰਤੀ, ਫਿਰ ਇਹ ਕਿੰਨੇ 'ਤੇ ਬੋਇਲ ਹੋਊਗਾ, ਫਿਰ ਤਾਂ 110 ਤੋਂ ਉੱਪਰ 110 ਅਪਰੋਕਸ ਚੱਲ ਜਾਣਾ ਹੈ। ਠੀਕ ਹੈ, ਤਾਂ ਮਤਲਬ ਬੋਇਲਿੰਗ ਪੁਆਇੰਟ ਕੀ ਹੋਇਆ ਵੱਧ ਗਿਆ ਨਾ, ਤਾਂ ਸਾਨੂੰ ਟੈਂਪਰੇਚਰ ਕਿੰਨਾ ਦੇਣਾ ਪਿਆ ਇਹਨੂੰ ਜ਼ਿਆਦਾ। ਤਾਂ ਉਹ ਐਕਸਿਸ ਕਿੱਥੇ ਬਣਨਾ ਥੋੜ੍ਹਾ ਜਿਹਾ ਤੋਂ ਇੱਦਾਂ ਆਨ ਸਾਈਡ ਇੱਦਾਂ, ਆ ਕਿਹਦਾ ਆ ਸੋਲਿਊਸ਼ਨ ਦਾ, ਆ ਕੀ ਆ ਏ। ਠੀਕ, ਇਹਨੂੰ ਮੈਂ ਕਹਿ ਦਿੱਤਾ ਬੀ, ਸੌਰੀ ਹਾਂ ਬੀ ਕਹਿ ਲਓ, ਚਲੋ ਜਸਟ ਇਹ ਨੋਰਮਲ ਹੈ, ਸੋਲਵੈਂਟ ਸੋਲਿਊਟ ਨਹੀਂ ਹੈਗਾ। ਆਹ ਸੀਗਾ ਸੋਲਵੈਂਟ ਦਾ, ਬੀ ਕੀ ਹੋ ਗਿਆ ਸੋਲਿਊਸ਼ਨ, ਇੱਥੇ ਲਿਖ ਦੇਣਾ ਸੋਲਿਊਸ਼ਨ। ਠੀਕ ਹੈ, ਤਾਂ ਮਤਲਬ ਜਦੋਂ ਕੁਛ ਐਡ ਕਰ ਦਿੱਤਾ ਸੋਲਵੈਂਟ ਦੇ ਵਿੱਚ ਤਾਂ ਉਹਦਾ ਟੈਂਪਰੇਚਰ ਸਾਨੂੰ ਦੇਖੋ ਇੱਥੇ ਟੈਂਪਰੇਚਰ ਘੱਟ ਦੇਣਾ ਪਿਆ ਸੀ, ਇਹਦਾ ਟੈਂਪਰੇਚਰ ਜ਼ਿਆਦਾ। ਹੌਲੀ ਹੌਲੀ ਕੀ ਹੈ ਦੇਖੋ, ਇਹ ਪਹਿਲਾਂ ਉਬਲਣ ਲੱਗ ਪਿਆ, ਇਹ ਕੀ ਆ ਬਾਅਦ ਵਿੱਚ ਉਬਲਣ ਲੱਗਾ। ਹੁਣ ਦੇਖੋ ਇਹਦੇ ਵਿੱਚ ਆਪਾਂ ਨੈਕਸਟ ਨੂੰ ਡਰਾਅ ਕਰਦੇ ਹਾਂ। ਤਾਂ ਟੈਂਪਰੇਚਰ ਦਾ ਡਿਫਰੈਂਸ ਆਇਆ ਵਾਲਾ, ਆ ਟੈਂਪਰੇਚਰ ਐਕਸਿਸ ਆ ਨਾ, ਇੱਕ ਇੱਥੇ ਇੱਕ ਇੱਥੇ। ਠੀਕ, ਤੇ ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਟੀ ਬੀ। ਠੀਕ, ਟੀ ਬੀ ਨੋਟ ਮਤਲਬ ਦੇਖੋ ਆਹ ਐਕਸਿਸ ਜਿਹਨੂੰ ਕੱਟ ਹੋਇਆ ਇਹ ਕਿਹਦਾ ਆ ਸੋਲਵੈਂਟ, ਸੋਲਵੈਂਟ ਮਤਲਬ ਪਿਓਰ, ਅਤੇ ਇਹ ਆ ਗਿਆ ਟੀ ਬੀ ਨੋਟ। ਤਾਂ ਆਹ ਵਾਲਾ ਕੀ ਆ ਸੋਲਿਊਸ਼ਨ, ਸੋਲਿਊਸ਼ਨ ਮਤਲਬ ਸੋਲਵੈਂਟ ਵਿੱਚ ਕੁਛ ਐਡ ਕਰਤਾ, ਅਤੇ ਇਹਨੂੰ ਆਪਾਂ ਨੋਟ ਕਰਾਂਗੇ ਟੀ ਬੀ। ਠੀਕ ਹੈ, ਤਾਂ ਆਹ ਡਿਫਰੈਂਸ ਕੀ ਆ, ਡਿਫਰੈਂਸ ਇਹ ਹੈਗਾ ਡੈਲਟਾ ਟੀ ਬੀ। ਠੀਕ, ਤਾਂ ਡੈਲਟਾ ਟੀ ਬੀ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ ਜਾਂ ਚੇਂਜ ਇਨ ਬੋਇਲਿੰਗ ਪੁਆਇੰਟ, ਇੱਦਾਂ ਲਿਖਣਾ ਇਹਨੂੰ। ਡੈਲਟਾ ਟੀ ਬੀ ਇਜ਼ ਇਕੁਅਲਸ ਟੂ ਕਿਹਦੇ ਹੋਣਾ ਟੀ ਬੀ ਮਾਈਨਸ ਟੀ ਬੀ ਨੋਟ। ਆ ਹੈ ਜੀ ਸਾਡੇ ਕੋਲ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ। ਠੀਕ, ਤਾਂ ਹੁਣ ਤੁਹਾਨੂੰ ਬੁੱਕ ਤੋਂ ਦਿਖਾ ਦਿੰਦਾ, ਜਸਟ ਅਜ ਨਾ ਜਨਰਲ ਜਿਹਾ ਇਹਨੂੰ ਐਨ ਅੰਡਰਸਟੈਂਡ ਕਰੋ। ਠੀਕ ਹੈ, ਬਾਕੀ ਫਿਰ ਤੁਹਾਨੂੰ ਮੈਂ ਕਰਵਾ ਦਿੰਦਾ ਹੈ ਬਾਅਦ 'ਚੋਂ, ਕੋਈ ਗੱਲ ਨਹੀਂ ਇਹਦੀ। ਆਹ ਸੀਗੀ ਸਾਡੀ ਥਿਊਰੀ ਹੈ ਆਪਾਂ। ਠੀਕ ਹੈ, ਥਿਊਰੀ ਦੀ ਬਹੁਤੀ ਗੱਲ ਨਹੀਂ ਆ, ਗ੍ਰਾਫ ਦੇਖੋ ਬਸ ਕੀ ਆ ਸੋਲਵੈਂਟ ਸੀਗਾ ਪਹਿਲਾਂ ਕੱਟ ਗਿਆ ਉਹਨੂੰ, ਨੈਕਸਟ ਸੋਲਿਊਸ਼ਨ ਆਇਆ ਲੇਟ ਕੱਟ ਕੇ ਗਿਆ, ਟੀ ਬੀ ਨੋਟ ਪਿਓਰ ਦਾ, ਟੀ ਬੀ ਕਿਹਦਾ ਹੋ ਗਿਆ ਇੰਪਿਓਰ ਦਾ, ਅਤੇ ਡੈਲਟਾ ਟੀ ਬੀ ਬੋਇਲਿੰਗ ਪੁਆਇੰਟ ਦਾ ਐਲੀਵੇਸ਼ਨ ਕਿੰਨਾ ਹੋਇਆ। ਠੀਕ ਹੈ, ਤਾਂ ਆ ਗਿਆ ਸਾਡੇ ਕੋਲ ਡਿਫਰੈਂਸ ਇੱਥੇ। ਹੁਣ ਕੁਐਸਚਨ ਆ ਜਾਂਦਾ ਪ੍ਰੂਵ ਦੈਟ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ ਇਜ਼ ਏ ਕੋਲੀਗੇਟਿਵ ਪ੍ਰੋਪਰਟੀ। ਤਾਂ ਹੁਣ ਦੇਖੋ ਬੋਇਲਿੰਗ ਪੁਆਇੰਟ ਆਪਾਂ ਨੇ ਕੀ ਕੀਤਾ ਇਨਕਰੀਜ਼ ਹੋਇਆ, ਕਿਉਂ ਜਦੋਂ ਸੋਲਿਊਟ ਐਡ ਕੀਤਾ। ਸੋਲਿਊਟ ਮਤਲਬ ਐਮ ਮਤਲਬ ਮੋਲਰ ਮਾਸ ਉਹਦਾ, ਤਾਂ ਮੈਂ ਕੀ ਕੀਤਾ ਡੈਲਟਾ ਟੀ ਬੀ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਐਮ ਮਤਲਬ ਕੌਨਸੈਂਟਰੇਸ਼ਨ ਮੋਲਰ ਸਮੋਲ ਐਮ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਇਹਨੂੰ। ਤਾਂ ਡੈਲਟਾ ਟੀ ਬੀ ਇਜ਼ ਇਕੁਅਲ ਟੂ ਪ੍ਰੋਪੋਰਸ਼ਨੈਲਿਟੀ ਹਟਾਈ ਤਾਂ ਕੀ ਹੋ ਗਿਆ ਸਾਡੇ ਕੋਲ ਇਹ ਕੇ ਬੀ। ਠੀਕ ਹੈ, ਤਾਂ ਕੇ ਬੀ ਨੂੰ ਆਪਾਂ ਕੀ ਕਹਿਣਾ ਮੋਲਰ ਬੋਇਲਿੰਗ ਪੁਆਇੰਟ ਐਲੀਵੇਸ਼ਨ ਕੌਨਸਟੈਂਟ। ਠੀਕ ਹੈ, ਤਾਂ ਕਦੇ ਕਦੇ ਆ ਜਾਂਦਾ ਹੁੰਦਾ ਕੇ ਬੀ ਡਿਫਾਈਨ ਕਰੋ ਪੇਪਰ ਦੇ ਵਿੱਚ, ਇੱਕ 1 ਮਾਰਕ ਦਾ ਕੁਐਸਚਨ, ਤਾਂ ਇਹਨੂੰ ਆਪਾਂ ਕੇ ਬੀ ਨੂੰ ਕੀ ਕਹਿੰਦੇ ਆ ਮੋਲਰ ਬੋਇਲਿੰਗ ਪੁਆਇੰਟ ਐਲੀਵੇਸ਼ਨ ਕੌਨਸਟੈਂਟ। ਹੁਣ ਜੇ ਆਪਾਂ ਮੋਲੈਰਿਟੀ 1 ਰੱਖ ਦਈਏ ਤਾਂ ਕੀ ਹੋ ਜਾਣਾ ਹੈ ਮੋਲਰ ਕੌਨਸਨਟ੍ਰੇਸ਼ਨ 1 ਕਰ ਦਈਏ ਤਾਂ ਇਹ ਕੀ ਹੋ ਜਾਣਾ ਡੈਲਟਾ ਟੀ ਬੀ ਇਜ਼ ਇਕੁਅਲਸ ਟੂ ਕੇ ਬੀ। ਤਾਂ ਚੇਂਜ ਇਨ ਬੋਇਲਿੰਗ ਪੁਆਇੰਟ ਆ ਜਿਹੜਾ ਕਿਹਦੇ ਇਕੁਅਲ ਟੂ ਬਣ ਜਾਣਾ ਹੈ ਉਹ ਕੇ ਬੀ ਦੀ। ਅਤੇ ਇੱਥੇ ਉਹਨਾਂ ਨੇ ਕੀ ਕੀਤਾ ਕੇ ਬੀ ਨੂੰ ਡਿਫਾਈਨ ਕਰ ਦਿੱਤਾ ਕਿ ਜਦੋਂ ਮੋਲਰ ਐਲੀਵੇਸ਼ਨ ਜਾਂ ਮੋਲਰ ਸੋਲਿਊਸ਼ਨ 1 ਹੋ ਜਾਣਾ ਆ ਤਾਂ ਕੀ ਆ 1 ਗ੍ਰਾਮ ਮੋਲ ਆਫ ਸੋਲਿਊਟ ਡਿਜ਼ੋਲਵ ਇਨ 1000 ਗ੍ਰਾਮ ਆਫ ਸੋਲਵੈਂਟ। ਠੀਕ ਹੈ, ਤਾਂ 1 ਮੋਲਰ ਦੀ ਇਕੁਅਲ ਚੱਲ ਜਾਣੀ ਹੈ ਇਹਦੀ। ਤਾਂ ਸਿਰਫ ਇਹਨੂੰ ਸਿਰਫ ਯਾਦ ਰੱਖਣਾ ਪੈਣਾ ਹੈ, ਕੋਈ ਇੰਨੀ ਨਹੀਂ, ਸਿਰਫ ਆ ਇਹਦਾ ਜੋ ਪੁਆਇੰਟ ਇਹਦਾ ਇੰਪੋਰਟੈਂਟ ਸੀਗਾ ਆਹ ਵਾਲਾ।
ठीक है। हुण डेल्टा टी बी इज इक्वल टू के बी एम। हुण एम नूं आपां ने एक्सप्लेन किया, ठीक है। एम का फॉर्मूला होना तुहानूं, हुण फॉर्मूला मैं लिख दिना है। तो ये साडे कोल एक फॉर्मूला है इहदा, ठीक है। तो सैकेंड हैगा साडे कोल, सैकेंड डेल्टा टी बी इज इक्वल्स टू की है साडे कोल के बी एम आ सैकेंड। तो थर्ड फॉर्मूला साडे कोल की है डेल्टा टी बी इज इक्वल्स टू के बी इंटू डबल्यू बी इंटू 1000, वही जिदा आप मोलैलिटी कड्ढी दी हुई है, डिवाइडेड बाय एम बी इंटू डबल्यू। आ फॉर्मूला है। ये जेडे इंपॉर्टेंट है, जेडे बहुत यूज़ होंगे आ, एक आ वाला एक आ वाला, दोनों याद रखियो। के बी की है मोलर एलिवेशन कॉन्सटेंट, डबल्यू बी बी रिप्रजेंट करता सल्यूट नूं, वेट ऑफ सल्यूट, एम बी मोलर मास ऑफ सल्यूट, ठीक है। डबल्यू ए वेट ऑफ सोल्यूशन, हाँ वेट ऑफ सॉल्वेंट, सोल्यूशन नहीं सॉल्वेंट। आ साडे कोल फॉर्मूला हो गया, ठीक है। हुण आपां करदे हां एक क्वेश्चन। तुहानूं किन्ने क्वेश्चन करवावां मैं एक करवा देना है, ठीक है। बाकी तुहानूं मैं PDF फाइल सेंड कर दूँगा, तो उन्होंने सॉल्व करके मैं मतलब सोल्यूशन नाले होना, ऑनैसटी दे नाल करके देख लियो, ठीक है। सोल्यूशन भी मैं नाले सेंड कर देना, एक क्वेश्चन करवा देना तुहानूं इहदा। आ क्वेश्चन नोट कर लो पहला, आ वाले, ठीक है, नोट कर लो, फिर मैं तुहानूं अगे करवाना। मैं एक बार रीड कर देना। द बॉइलिंग पॉइंट ऑफ बेंजीन, सानू पता बेंजीन क्या होंदा, सॉल्वेंट ए। द बॉइलिंग पॉइंट ऑफ बेंजीन इज़ 353.23 केल्विन व्हेन 1.8 ग्राम ऑफ नॉन वोलेटाइल सल्यूट मतलब WB वाज डिजॉल्व्ड इन 90 ग्राम ऑफ बेंजीन, मतलब 90 ग्राम बेंजीन, 90 की है WA। द बॉइलिंग पॉइंट इज़ रेज्ड, बॉइलिंग पॉइंट राइज हो गया, मतलब ਜਿਹੜਾ प्योर किन्ना ਸੀਗਾ, प्योर ਦਾ ਇੰਨਾ ਆ, ਜਦੋਂ रेज हो गया ਤਾਂ ਇੰਨਾ बन गया 354.11। कैलकुलेट द मोलर मास ऑफ सल्यूट, के बी की वैल्यू गिवन आ। मैं यूनिट नहीं लिखवाने, ਉਹਨੂੰ ਬਾਅਦ 'ਚ ਦੇਖਾਂਗੇ, ਪਹਿਲਾਂ ਕੈਲਕੂਲੇਸ਼ਨ ਕਰਨੀ ਸਿੱਖ ਲਓ ਕਿ ਆਨਸਰ ਸਾਡਾ ਇੰਨਾ ਆਉਂਦਾ ਹੈ। ਯੂਨਿਟ ਦੀ ਕੋਈ ਗੱਲ ਨਹੀਂ, ਇੱਕ ਦਿਨ ਦਾ ਕੰਮ ਆ, ਸਾਰੀ ਬੁੱਕ ਦੇ ਯੂਨਿਟ ਹੋ ਜਾਣੇ ਆ। ਚਲੋ ਕੁਐਸਚਨ ਕੀ ਸੀਗਾ, ਨੋਟ ਡਾਊਨ ਕਰਦਾ ਮੈਂ। ਗਿਵਨ ਦ ਬੋਇਲਿੰਗ ਪੁਆਇੰਟ ਆਫ ਬੈਂਜੀਨ ਇਜ਼, ਮਤਲਬ ਬੈਂਜੀਨ ਦਾ ਬੋਇਲਿੰਗ ਪੁਆਇੰਟ ਕਿੰਨਾ ਆ 353.23। ਤਾਂ ਕੀ ਲਿਖਾਂਗੇ ਇਹਨੂੰ, TB ਨੋਟ, ਇਹੀ ਹੈ ਨਾ ਬੋਇਲਿੰਗ ਪੁਆਇੰਟ। TB ਨੋਟ ਕਿੰਨਾ ਹੈ ਇਹ ਸਾਡੇ ਕੋਲ ਹੈਗਾ ਆ 353.23 ਕੈਲਵਿਨ, ਠੀਕ ਹੈ। ਹੁਣ ਆਪਾਂ ਨੇ ਕੀ ਕੀਤਾ ਇਹਦੇ ਵਿੱਚ, ਵੈਨ 1.8 ਗ੍ਰਾਮ ਆਫ ਨੋਨ ਵੋਲਾਟਾਈਲ ਸਲਿਊਟ ਇਜ਼ ਡਿਜ਼ੋਲਵਡ, ਮਤਲਬ ਸਲਿਊਟ ਦਾ ਵੇਟ WV ਕਿੰਨਾ 1.8 ਗ੍ਰਾਮ ਡਿਜ਼ੋਲਵ ਕੀਤਾ ਕਿੰਨੇ 'ਚ, WA ਕਿੰਨੀ ਗ੍ਰਾਮ ਬੈਂਜੀਨ 'ਚ, 90 ਗ੍ਰਾਮ ਬੈਂਜੀਨ 'ਚ, ठीक है। तो वह बॉइलिंग पॉइंट चेंज हो गया, कितना हो गया चेंज, चेंज नूं की लिखी दा TB, मतलब रेज हो गया, चेंज नहीं होया, मतलब पहला प्योर का ये सी, इम्प्योर का कितना बन जाना फिर 354.11 कहता MB फाइंड करो। चेंज इन बॉइलिंग पॉइंट देख लीजिए, डेल्टा TB सानू चाहिए ना, की हुंदा है TB माइनस TB नॉट, TB कितना माइनस TB नॉट कितना, ये साढ़े को आ गया ठीक, गिवन हो गया सारा कुछ गिवन है, फॉर्मूला उपर हैगा, पुट कर दो। MB फाइंड करना, MB उहदी जगह चल जाना, TB इधर आ जाना। ठीक है जी, आ लो तुहानूं दिखा दिंदा इत्थे वैल्यूज़ पुट हुई हैं, देख लो सेम जड़ियाँ फाइंड कीतियां सीगियां, आंसर आ गया, कैलकुलेट करके देखियो इन्हूं। नैक्सट सानूं मिल जूगी ये असाइनमेंट, ठीक है। डिप्रैशन इन फ्रीजिंग पॉइंट,
ਸੇਮ ਜਿੱਦਾਂ ਪਹਿਲਾਂ ਕੀਤਾ ਸੇਮ ਇੱਦਾਂ ਹੀ ਆ, ਬੀ ਦੀ ਜਗ੍ਹਾ ਐਫ ਲਿਖ ਦੇਣਾ, ਠੀਕ ਹੈ। ਤਾਂ ਥੋੜ੍ਹਾ ਜਿਹਾ ਚੇਂਜ ਵੀ ਆ, ਇੰਨਾ ਵੀ ਨਹੀਂ ਸੇਮ। ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ। ਹੁਣ ਫਰੀਜ਼ਿੰਗ ਪੁਆਇੰਟ ਨੂੰ ਡਿਪਰੈਸ ਕਰਨਾ, ਇਹਦੀ ਐਪਲੀਕੇਸ਼ਨ ਵੀ ਆ ਜਾਂਦੀ ਐਗਜ਼ਾਮ ਵਿੱਚ। ਚਲੋ ਇਹਦਾ ਗ੍ਰਾਫ ਪਹਿਲਾਂ ਦੇਖਦੇ ਹਾਂ, ਫਿਰ ਅੱਗੇ ਪੜ੍ਹਦੇ ਹਾਂ। ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ। ਤਾਂ ਦੇਖੋ ਜੀ ਇਹਦੇ 'ਚ ਡਿਪਰੈਸ਼ਨ ਕੀ ਆਇਆ। ਦੇਖੋ ਇਹ ਸਿੰਪਲ ਜੀ ਗੱਲ ਆ, ਇਕੱਲੇ ਵਾਟਰ ਨੂੰ ਆਈਸ 'ਚ ਕਨਵਰਟ ਕਰਨਾ ਆ 0 ਡਿਗਰੀ 'ਤੇ, ਠੀਕ ਹੈ। ਉਹਦੇ ਵਿੱਚ ਆਪਾਂ ਕੁਛ ਖੰਡ ਪਾ ਦਿਓ ਜਾਂ ਸ਼ੂਗਰ, NaCl ਕੁਛ ਵੀ ਪਾ ਦਿਓ, ਕੋਈ ਵੀ ਸੋਲਿਊਟ। ਤਾਂ ਉਹਦਾ ਮਤਲਬ ਪਹਿਲਾਂ 0 ਡਿਗਰੀ 'ਤੇ ਹੋ ਜਾਂਦਾ ਸੀ, ਫਿਰ ਕੀ ਆ ਸਾਨੂੰ ਮਾਈਨਸ ਦਾ ਟੈਂਪਰੇਚਰ ਚਾਹੀਦਾ, ਮਤਲਬ ਡਿਪਰੈਸ ਹੋ ਜਾਣਾ ਥੋੜ੍ਹਾ ਜਿਹਾ। ਸਮਝਦੇ ਆ ਨਾ ਮੈਂ ਕੀ ਕਹਿਣਾ, ਕਿ ਪਹਿਲਾਂ ਤਾਂ 0 ਮਤਲਬ ਜਿਹੜੀ ਚੀਜ਼ ਪਹਿਲਾਂ ਕਹਿ ਦਿੰਦੇ ਆਪਾਂ 5 ਡਿਗਰੀ ਉੱਤੇ ਆਈਸ ਬਣ ਜਾਂਦੀ ਸੀਗੀ, ਉਹਦੇ ਵਿੱਚ ਆਪਾਂ ਨੇ ਕੁਛ ਐਡ ਕਰ ਦਿੱਤਾ ਤਾਂ ਹੁਣ 0 ਡਿਗਰੀ 'ਤੇ ਆਈਸ ਬਣ ਲੱਗ ਪਈ, ਮਤਲਬ ਉਹਨੂੰ ਟੈਂਪਰੇਚਰ ਹੋਰ ਘੱਟ ਚਾਹੀਦਾ, ਉਹਨੂੰ ਕੀ ਕਹੀਦਾ ਆਪਾਂ ਡਿਪਰੈਸ਼ਨ। ਦੇਖੋ ਡਿਪਰੈਸ ਹੋ ਗਿਆ ਨਾ, ਫਰੀਜ਼ਿੰਗ ਪੁਆਇੰਟ ਘੱਟ ਗਿਆ, ਠੀਕ ਹੈ। ਤੇ ਇਹਦਾ ਗ੍ਰਾਫ ਬਣਾਉਂਦੇ ਆ ਪਹਿਲਾਂ। ਦੇਖੋ ਕੈਮਿਸਟਰੀ ਦਾ ਇਹ ਕੰਮ ਆ, ਇਹਦੇ 'ਚ ਬੋਲਣਾ ਬਹੁਤ ਪੈਂਦਾ, ਮੇਰਾ ਤਾਂ ਗਲਾ ਬੈਠ ਗਿਆ, ਠੀਕ ਹੈ। ਹੁਣ ਪੜ੍ਹ ਲਿਓ ਤੁਸੀਂ ਥੋੜ੍ਹਾ ਬਹੁਤ, ਕੋਈ ਇੱਕ ਜਣਾ ਤਾਂ ਪੜ੍ਹ ਲਓ ਚੰਗੀ ਤਰ੍ਹਾਂ, ਠੀਕ। ਆਹ ਹੋ ਗਿਆ ਸਾਡੇ ਕੋਲ ਵੇਪਰ ਪ੍ਰੈਸ਼ਰ, ਹੋ ਗਿਆ ਟੈਂਪਰੇਚਰ। ਇਹਦਾ ਗ੍ਰਾਫ ਥੋੜ੍ਹਾ ਆਪਾਂ ਨੇ ਉਲਟਾ ਚੱਲਣਾ, ਠੀਕ ਆ। ਇੱਥੋਂ ਚੱਲੇ ਇੱਥੇ ਤੱਕ ਆਏ, ਕੋਈ ਵੀ ਸਾਡੇ ਕੋਲ ਸੋਲਵੈਂਟ ਸੀਗਾ, ਟੈਂਪਰੇਚਰ ਘਟਦਾ ਗਿਆ, ਵੇਪਰ ਪ੍ਰੈਸ਼ਰ ਇੱਧਰ, ਵੇਪਰ ਪ੍ਰੈਸ਼ਰ ਘਟਦਾ ਗਿਆ, ਇੱਧਰ ਟੈਂਪਰੇਚਰ ਘਟਦਾ ਗਿਆ, ਆਇਆ ਥੱਲੇ ਨੂੰ ਐਰੋ ਮਾਰਤਾ, ਇੱਥੇ ਕੀ ਬਣ ਗਿਆ ਆਈਸ। ਹੁਣ ਆਈਸ ਬਣ ਗਿਆ ਤਾਂ ਵੇਪਰ ਪ੍ਰੈਸ਼ਰ ਹੋਰ ਜਲਦੀ ਘਟਣਾ, ਇੱਦਾਂ, ਠੀਕ ਹੈ। ਆਈਸ ਬਣ ਗਈ ਫਿਰ ਤਾਂ ਵੇਪਰ ਪ੍ਰੈਸ਼ਰ ਉਹਦਾ ਆਲਮੋਸਟ 0 ਦੇ ਲਗਭਗ ਚਲ ਜਾਣਾ ਹੈ, ਠੀਕ ਹੈ। ਇਹ ਕਿਹਦਾ ਸੀਗਾ, ਸੋਲਵੈਂਟ ਦਾ, ਠੀਕ ਹੈ। ਹੁਣ ਆ ਗਿਆ ਸੋਲਿਊਸ਼ਨ, ਮਤਲਬ ਇਹ ਸੋਲਵੈਂਟ ਵਿੱਚ ਆਪਾਂ ਨੇ ਕੁਛ ਐਡ ਕਰ ਦਿੱਤਾ, ਹੁਣ ਕੀ ਚੱਲਣਾ, ਇੱਥੋਂ ਆਇਆ ਤਾਂ ਉਹਨੇ ਇਹਨੇ ਇੱਥੇ ਕੱਟ ਜਾਣਾ, ਸਮਥਿੰਗ ਕੱਟ ਗਿਆ, ਅਤੇ ਇਹ ਆਈਸ ਬਣਿਆ ਇੱਥੇ ਆ ਗਿਆ ਸੋਲਿਊਸ਼ਨ, ਕਲੀਅਰ। ਤਾਂ ਹੁਣ ਦੇਖੋ ਆਹ ਸੀਗਾ ਪਿਓਰ ਦਾ, ਆਹ ਕਿਹਦਾ ਸੀਗਾ, ਪਿਓਰ ਦਾ। ਪਿਓਰ ਨੂੰ ਕਿੱਦਾਂ ਲਿਖੀਦਾ, TF0 ਨੋਟ, ਮਤਲਬ ਆਹ ਕੀ ਸੀਗਾ ਇੰਪਿਓਰ ਦਾ, ਇਹਨੂੰ ਕੀ ਲਿਖਦੇ TF, ਠੀਕ ਹੈ। ਤਾਂ ਡਿਫਰੈਂਸ ਕਿੰਨਾ ਆ ਗਿਆ ਸਾਡੇ ਕੋਲ, ਡੈਲਟਾ TF, ਠੀਕ। ਬਹੁਤ ਜਨਰਲ ਜਿਹੇ ਵੇ ਨਾਲ ਕਰਵਾਉਣਾ ਹੈ, ਠੀਕ ਹੈ। ਮੈਂ ਐਵੇਂ ਨਾ ਕਿਹੋ ਇਹ ਕਿਆ ਹੋ ਰਿਹਾ, ਜਦ ਬਹੁਤ ਜਨਰਲ ਜਿਹੇ ਵੇ ਦੇ ਨਾਲ, ਠੀਕ ਹੈ। ਹੁਣ ਐਨ ਪੂਰਾ ਜੋ ਬੁੱਕ ਦੇ ਵਿੱਚ ਲਿਖਿਆ ਉਹਨੂੰ ਐਕਸਪਲੇਨ ਕਰਨ ਲੱਗ ਪਾ, ਤੂੰ ਤਾਂ ਡਰੇ ਜਾਣਾ, ਫਿਰ ਕਹਿਣਾ ਇਹ ਨਹੀਂ ਸਾਨੂੰ ਸਮਝ ਲੱਗਣੀ। ਤਾਂ ਜਨਰਲ ਜਿਹਾ ਵੇ ਐਨ ਕਰੋ, ਦੁਬਾਰਾ ਫਿਰ ਕਰਾਂਗੇ ਆਪਾਂ ਜਦੋਂ ਕਲਾਸਿਸ ਲੱਗਣਗੀਆਂ, ਉਦੋਂ ਐਨ ਚੰਗੀ ਤਰ੍ਹਾਂ ਕਰਵਾਊਂਗਾ, ਨਾਲੇ ਉਦੋਂ ਤਾਂ ਆਪਣੇ ਕੋਲ ਟਾਈਮ ਵੀ ਸਹੀ ਹੋਣਾ ਹੈ। ਤਾਂ ਡੈਲਟਾ TF ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਕਿਹਦੇ ਇਕੁਅਲ ਟੂ ਹੋਣਾ, ਇਹਦੇ ਵਿੱਚ ਯਾਦ ਰੱਖਿਓ ਨੋਟ ਅੱਗੇ ਆ ਜਾਣਾ, ਉਹਦੇ ਵਿੱਚ ਪਿੱਛੇ ਦੇਗਾ ਨਾ, ਇਹ 'ਚ ਅੱਗੇ ਚੱਲ ਜਾਣਾ, ਕਲੀਅਰ ਜੀ। ਨੈਕਸਟ ਤੁਹਾਨੂੰ ਦਿਖਾਈ ਦਿੰਦਾ ਹੁਣ, ਨਹੀਂ ਤਾਂ ਲਿਖਣ 'ਚ ਫਿਰ ਟਾਈਮ ਬਹੁਤ ਲੱਗ ਜਾਂਦਾ ਮੈਨੂੰ। ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਆਹ ਦੇਖ ਲਓ ਸਾਰਾ, ਡੈਲਟਾ TF ਇਜ਼ ਇਕੁਅਲ ਟੂ TF ਨੋਟ ਮਾਈਨਸ TF, ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕਿਹਦੇ ਨਾਲ, ਕੌਨਸਨਟ੍ਰੇਸ਼ਨ ਦੇ। KF ਕੀ ਲੱਗ ਗਿਆ, ਮੋਲਰ ਐਲੀਵੇਸ਼ਨ ਡਿਪਰੈਸ਼ਨ ਕੌਨਸਟੈਂਟ, ਇਹਨੂੰ 1 ਇਕੁਅਲ ਪੁੱਟ ਕੀਤਾ ਤਾਂ KF ਦੀ ਡੈਫੀਨੇਸ਼ਨ ਆ ਜਾਣੀ ਸਾਡੇ ਕੋਲ। ਇਹਨੂੰ ਲਿਖ ਲਓ ਪਾਊਜ਼ ਕਰਕੇ, ਆ ਗ੍ਰਾਫ ਹੈ ਇਹਦਾ, ਠੀਕ ਹੈ। ਮੋਲਰ ਫਰੀਜ਼ਿੰਗ ਪੁਆਇੰਟ ਡਿਪਰੈਸ਼ਨ ਕੌਨਸਟੈਂਟ ਇਜ਼ ਡਿਫਾਈਨਡ ਐਜ਼ ਡਿਪਰੈਸ਼ਨ ਫਰੀਜ਼ਿੰਗ ਪੁਆਇੰਟ 1 ਮੋਲਰ, ਇਹਦਾ ਜਸਟ ਹੋ ਜਾਣਾ ਆ। ਆ ਇਹਦਾ ਆਖਰ 'ਚ ਰਿਲੇਸ਼ਨ ਆ ਜਿਹੜਾ ਕੁਆਲੀਟੇਟਿਵ ਪ੍ਰੋਪਰਟੀ ਡਿਫਾਈਨ ਕਰਦਾ, ਮਤਲਬ ਡੈਲਟਾ TF ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਕਿਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਆ, ਮੋਲਰ ਕੌਨਸਨਟ੍ਰੇਸ਼ਨ। ਕੌਨਸਨਟ੍ਰੇਸ਼ਨ ਕਿਹਦੀ ਹੋਣੀ ਆ, ਸੋਲਿਊਟ ਦੀ, ਅਤੇ ਜਿਹੜੀ ਚੀਜ਼ ਸੋਲਿਊਟ 'ਤੇ ਡਿਪੈਂਡ ਕਰਦੀ ਆ ਉਹ ਕੀ ਹੁੰਦੀ ਆ, ਕੁਆਲੀਟੇਟਿਵ ਪ੍ਰੋਪਰਟੀ। ਤਾਂ ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਕੀ ਹੋ ਗਿਆ, ਕੁਆਲੀਟੇਟਿਵ ਪ੍ਰੋਪਰਟੀ ਹੋ ਗਈ। ਹੁਣ ਇਹਦਾ ਫਾਰਮੂਲਾ ਲਿਖ ਲਓ, ਡੈਲਟਾ TF ਸੇਮ ਉਹੀ ਆ, is equals to KF into WB 1000 WA MB, ਕਲੀਅਰ ਜੀ। ਇਹ ਸਾਡੇ ਕੋਲ ਆ ਗਿਆ ਫਾਰਮੂਲਾ। ਹੁਣ ਆ ਗਈਆਂ ਇਹਦੀਆਂ ਐਪਲੀਕੇਸ਼ਨਸ। ਐਪਲੀਕੇਸ਼ਨ ਵਿੱਚ ਕੀ ਹੋਣਾ ਆ,
ਤੁਹਾਨੂੰ ਨਾ ਮੈਂ ਨੋਟਸ ਸੈਂਡ ਕੀਤੇ ਹੋਏ ਇਹਦੇ ਗਰੁੱਪ ਦੇ ਵਿੱਚ, ਉਹਦੇ ਵਿੱਚ ਜਿਹੜੇ ਜਿਹੜੇ ਕੁਐਸਚਨ ਮਤਲਬ ਕੁਐਸਚਨ ਵਾਈਜ਼ ਦਿੱਤਾ, ਉਹਦੇ ਵਿੱਚ ਪੰਜਾਬ ਬੋਰਡ ਦੇ ਜੋ ਵੀ ਸਾਡੇ ਕੁਐਸਚਨ ਆ ਪ੍ਰੀਵੀਅਸ ਜੀ ਉਹਦੇ ਹਿਸਾਬ ਨਾਲ ਅਕੋਰਡਿੰਗ ਟੂ ਦੈਟ ਪੈਟਰਨ। ਤਾਂ ਆਪਾਂ ਨੇ ਕਰਨਾ ਉਹਦੇ ਵਿੱਚ ਜਿਹੜੇ ਜਿਹੜੇ ਮੈਂ ਟੌਪਿਕ ਕਰਵਾਏ ਹੋ ਆ ਨਾ, ਤਾਂ ਉਹੀ ਕੁਐਸਚਨ ਬਣਨੇ ਆ, ਸਾਰੇ ਨਹੀਂ ਬਣ ਬੈਠਣਾ। ਜਿਹੜੇ ਟੌਪਿਕ ਮੈਂ ਕਰਵਾਈ ਜਾਂਦਾ ਉਹਦੇ ਕੁਐਸਚਨ ਬਣੇ ਹੋ, ਜਿੱਦਾਂ ਮੋਲੈਲਿਟੀ ਦਾ ਡਿਫਰੈਂਸ, ਠੀਕ ਹੈ, ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਦੀਆਂ ਐਪਲੀਕੇਸ਼ਨਸ, ਹੈਨਰੀ ਲਾਅ ਦੀਆਂ ਐਪਲੀਕੇਸ਼ਨਸ, ਰਾਊਟ ਲਾ ਕੀ ਹੁੰਦਾ ਆ, ਤੁਹਾਨੂੰ ਉਹਦਾ ਰਿਲੇਸ਼ਨ ਨਹੀਂ ਹਜੇ ਮੈਂ ਕਰਵਾਇਆ, ਮੇਰੇ ਦਿਮਾਗ 'ਚੋਂ ਸਕਿਪ ਹੋ ਗਿਆ। ਜਦੋਂ ਹੁਣ ਪੂਰੇ ਲੈਕਚਰ ਹੋ ਗਏ ਨਾ, ਜਦੋਂ ਸੋਲਿਊਸ਼ਨ ਮੁੱਕ ਗਿਆ ਫਿਰ ਕਰਵਾ ਦੂੰਗਾ, ਮੇਰੇ ਦਿਮਾਗ 'ਚੋਂ ਨਿਕਲ ਗਿਆ। ਨਹੀਂ ਤਾਂ ਇੱਕ ਵਾਰੀ ਰੀਡ ਕਰ ਲਿਓ ਤੁਸੀਂ ਆਪ ਹੀ, ਠੀਕ ਹੈ, ਉਹਦੇ ਵਿੱਚ ਗਿਵਨ ਹੋਣਾ ਆ, ਅੱਬਲ ਮੈਂ ਟਰਾਈ ਕਰੂੰਗਾ ਕਿ ਹੋ ਜਾਵੇ, ਠੀਕ ਹੈ। ਤਾਂ ਉਹ ਜਿੱਦਾਂ ਉਹ ਹੋ ਗਿਆ, ਹੋਰ ਕੁਐਸਚਨ ਆ ਗਿਆ ਆਪਣੇ ਕੋਲ ਆਈਡੀਅਲ ਨੋਨ ਆਈਡੀਅਲ ਦਾ ਡਿਫਰੈਂਸ, ਤਾਂ ਉਹਦੇ ਵਿੱਚ ਸਾਰੇ ਕੁਐਸਚਨ ਬਣਾ ਕੇ ਦਿੱਤੇ ਹੋਗਾ। ਤਾਂ ਉਹ ਤੋਂ ਜ਼ਿਆਦਾ ਕਾਪੀ 'ਤੇ ਲਿਖ ਲਓ ਜਾਂ ਉੱਥੋਂ ਉਹਨਾਂ ਨੂੰ ਰੈਮ ਕਰ ਲਓ, ਠੀਕ ਹੈ, ਯਾਦ ਕਰ ਲਓ ਜਾਂ ਸਮਝ ਲਓ, ਮਤਲਬ ਕੁਛ ਤਾਂ ਕਰੋ, ਠੀਕ। ਤਾਂ ਹੁਣ ਇਹਦਾ ਕੁਐਸਚਨ ਕਰਦੇ ਹਾਂ ਆਪਾਂ। NCERT ਦਾ ਦੇਖੋ ਕੁਐਸਚਨ ਨੂੰ ਲਿਖ ਲਓ, ਫਿਰ ਮੈਂ ਤੁਹਾਨੂੰ ਕਰਵਾਉਣਾ ਆਹ ਵਾਲਾ। ਮੇਨ ਪ੍ਰੋਬਲਮ ਪਤਾ ਕਿ ਤੁਹਾਡੇ ਕੋਲ ਬੁੱਕ ਵੀ ਨਹੀਂ ਹੈਗੀ ਹਜੇ, ਕਿਸੇ ਕੋਲ, ਕਿਸੇ ਬੱਚੇ ਕੋਲ ਬਹੁਤ ਘੱਟ ਕੋਲ ਆ, ਤਾਂ ਕਰਕੇ ਜ਼ਿਆਦਾ ਡਿਫੀਕਲਟੀ ਆਉਂਦੀ ਹੈ। ਲਿਖ ਲਿਆ ਕੁਐਸਚਨ, ਚਲੋ ਕਰੀਏ ਸੋਲਵ ਇਹਨੂੰ ਵੀ। ਕਹਿੰਦਾ 45 ਗ੍ਰਾਮ ਆਫ ਇਥਾਈਲਿਨ ਗਲਾਈਕੋ, ਠੀਕ ਹੈ, ਮਿਕਸਡ ਵਿਦ 600 ਗ੍ਰਾਮ ਵਾਟਰ। ਸਿੰਪਲ ਗੱਲ, ਇਥਾਈਲਿਨ ਗਲਾਈਕੋ ਕਿੰਨਾ 46 ਗ੍ਰਾਮ, ਠੀਕ ਹੈ। ਇਹਨੂੰ ਮਿਕਸ ਕਰ ਦਿੱਤਾ ਆਪਾਂ ਨੇ ਕਿਹਦੇ ਵਿੱਚ 600 ਗ੍ਰਾਮ ਵਾਟਰ, ਮਤਲਬ H2O ਵਿੱਚ, ਇਹ ਕਿੰਨਾ 600 ਗ੍ਰਾਮ, ਠੀਕ। ਕਹਿੰਦਾ ਕੈਲਕੂਲੇਟ ਦਾ ਫਰੀਜ਼ਿੰਗ ਪੁਆਇੰਟ ਡਿਪਰੈਸ਼ਨ। ਫਰੀਜ਼ਿੰਗ ਪੁਆਇੰਟ ਡਿਪਰੈਸ਼ਨ ਉਹ ਕਿਆ ਹੁੰਦਾ ਆ, ਕੈਲਕੂਲੇਟ ਦਾ ਫਰੀਜ਼ਿੰਗ ਪੁਆਇੰਟ ਡਿਪਰੈਸ਼ਨ, ਠੀਕ ਹੈ। ਡੈਲਟਾ TF ਕੀ ਹੈ, ਡੈਲਟਾ TF ਫਾਈਂਡ ਕਰਨਾ ਆਪਾਂ ਨੇ। ਥੋੜ੍ਹਾ ਜਿਹਾ ਥੋੜ੍ਹਾ ਕਨਸੈਪਚੁਅਲ ਹੈ ਕੁਐਸਚਨ, ਤਾਂ ਇਹਨੂੰ ਦੇਖੋ ਧਿਆਨ ਨਾਲ, ਕਰੀਏ ਸੋਲਵ ਹੁਣ। ਚਲੋ ਸ਼ੁਰੂ ਜੋ ਗਿਵਨ ਆ ਲਿਖ ਲਓ। ਤਾਂ ਕਹਿੰਦਾ 45 ਗ੍ਰਾਮ ਆਫ ਇਥਾਈਲਿਨ ਗਲਾਈਕੋ, ਮਤਲਬ WB ਕਿੰਨਾ 45 ਗ੍ਰਾਮ, ਠੀਕ ਹੈ, ਮਿਕਸਡ ਵਿਦ WA ਕਿੰਨਾ ਪਾਣੀ ਹੈ, ਕਿੰਨਾ ਵਾਟਰ ਆ 600 ਗ੍ਰਾਮ, ਠੀਕ ਹੈ। ਨੈਕਸਟ ਆ ਗਿਆ ਸਾਡੇ ਕੋਲ, ਹੋਰ ਇਹਦੇ ਨਹੀਂ ਕੀ ਗਿਵਨ ਆ, KF ਦੀ ਵੈਲਿਊ ਕਿੰਨੀ ਆ, KF ਹੈਗਾ ਸਾਡੇ ਕੋਲ 1.86, ਠੀਕ ਹੈ। ਹੁਣ ਨੈਕਸਟ ਆ ਗਿਆ MB ਇਥਾਈਲਿਨ ਗਲਾਈਕੋ ਦਾ ਮੋਲਰ ਮਾਸ ਕਿੰਨਾ ਹੁੰਦਾ, ਆਪਾਂ ਪਹਿਲਾਂ ਵੀ ਕੁਐਸਚਨਾਂ ਵਿੱਚ ਕਰ ਲਿਆ ਆ, ਹੁਣ ਵੀ ਚਲੋ ਤੁਹਾਨੂੰ ਦੱਸ ਦਿੰਦਾ ਹੈ, ਇਹ ਹੁੰਦਾ 62, ਠੀਕ। ਤਾਂ ਇਹਨੂੰ ਹੁਣ ਕੀ ਕਰੋ, ਇਹਦੇ ਵਿੱਚ ਫਾਈਂਡ ਕੀ ਕਰਨਾ ਆਪਾਂ ਨੇ, ਡੈਲਟਾ TF। ਤਾਂ ਡੈਲਟਾ TF ਫਾਈਂਡ ਕਰ ਲਓ, ਸਾਰਾ ਕੁਛ ਗਿਵਨ। ਤਾਂ ਡੈਲਟਾ TF ਕਿੰਨਾ ਆ ਗਿਆ, KF ਕਿੰਨਾ ਸਾਡੇ ਕੋਲ 1.86, WB ਸਾਡੇ ਕੋਲ ਕਿੰਨਾ 45 ਆ 6 ਆ, ਸੌਰੀ ਇੱਥੇ 5 ਆਉਣਾ, 45 into 1000 divided by WA 600 into 62। ਕੈਲਕੂਲੇਟ ਕਰ ਲਓ, ਕੈਲਕੂਲੇਟ ਕਰਕੇ ਆਂਸਰ ਕਿੰਨਾ ਆਣਾ, ਇਹਦਾ ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਮਤਲਬ ਚੇਂਜ ਆ ਗਿਆ ਸਾਡੇ ਕੋਲ। ਉਹ ਕਹਿੰਦਾ ਕਿੰਨਾ ਘਟਿਆ ਦੱਸੋ, ਤਾਂ ਉਹਦੇ ਲਈ ਕੀ ਕਰਨਾ ਆਪਾਂ ਨੇ, ਡੈਲਟਾ TF ਇਜ਼ ਇਕੁਅਲ ਟੂ TF ਨੋਟ ਮਾਈਨਸ TF, ਠੀਕ ਹੈ। ਡੈਲਟਾ TF ਕਿੰਨਾ ਕੈਲਵਿਨ ਚਾਹੇ, ਠੀਕ ਹੈ। ਤਾਂ ਸੋਲਵੈਂਟ ਕੀ ਆ, ਵਾਟਰ। ਤਾਂ ਵਾਟਰ ਪਿਓਰ ਕਿੰਨਾ ਹੁੰਦਾ ਵਾਟਰ ਦਾ 100 ਡਿਗਰੀ ਸੈਲਸੀਅਸ। 100 ਡਿਗਰੀ ਨੂੰ ਜੇ ਕੈਲਵਿਨ ਬਣਾਉਣਾ ਹੈ ਤਾਂ ਕਿੰਨਾ ਬਣਨਾ, ਇਹ ਬਣ ਜਾਣਾ ਸਾਡੇ ਕੋਲ 273, ਸੌਰੀ ਗਲਤੀ ਹੋਈ, ਫਰੀਜ਼ਿੰਗ ਪੁਆਇੰਟ ਦੇਖਣਾ ਆਪਾਂ ਨੇ, ਬੋਇਲਿੰਗ ਪੁਆਇੰਟ ਨਹੀਂ, ਫਰੀਜ਼ਿੰਗ ਪੁਆਇੰਟ। ਤਾਂ ਵਾਟਰ ਕਿੰਨੇ 'ਤੇ ਫਰੀਜ਼ ਹੋ ਜਾਂਦਾ 0 ਡਿਗਰੀ 'ਤੇ। 0 ਡਿਗਰੀ ਕਿੰਨਾ ਆਉਂਦਾ 273.15। ਅਤੇ ਇੱਥੇ ਲਿਖ ਦਿਓ 273.15 ਮਾਈਨਸ TF। ਕੈਲਕੂਲੇਟ ਆਪਾਂ ਨੇ ਕੀ ਕਰਨਾ ਹੈ, ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਵੀ ਕਿੰਨਾ ਹੋ ਗਿਆ, TF ਮਤਲਬ ਕਿੰਨਾ ਆ ਗਿਆ ਉਹਦੇ ਵਿੱਚ ਚੇਂਜ ਹੋ ਕੇ। ਤਾਂ ਉਹ ਆ ਗਿਆ ਸਾਡੇ ਕੋਲ ਡੈਲਟਾ TF ਇਜ਼ ਇਕਵਲਸ ਟੂ 273.15 ਮਾਈਨਸ 0.25। ਤਾਂ TF ਸਾਡੇ ਕੋਲ ਆ ਜਾਣਾ ਆ, ਠੀਕ ਹੈ, ਠੀਕ ਹੈ ਜੀ, ਠੀਕ ਹੈ। ਨੈਕਸਟ ਕੀ ਹੈ, ਪਹਿਲਾਂ ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਕੱਢ ਲਿਆ ਸੀ ਆਪਾਂ ਨੇ 2.25। ਨੈਕਸਟ ਕੀ ਸੀਗਾ, ਦਾ ਫਰੀਜ਼ਿੰਗ ਪੁਆਇੰਟ ਆਫ ਦਾ ਸੋਲਿਊਸ਼ਨ। ਤਾਂ ਸੋਲਿਊਸ਼ਨ ਦਾ ਫਰੀਜ਼ਿੰਗ ਪੁਆਇੰਟ ਕਿੰਨਾ ਹੁੰਦਾ TF।
तो TF कितना आ गया साढ़े कोल 270.90 सोल्यूशन का। वो किद्दां कढ़ना सीगा ते कढ़ लिया है, ले लेना। फ्रीजिंग पॉइंट ऑफ सोल्यूशन। नैक्सट सैकेंड क्वेश्चन आ वाला है, इनू करो सॉल्व, ठीक है। पॉज कर लो वीडियो नू ते सॉल्व कर लो। नैक्सट अपनी एक प्रॉपर्टी रह गई, यदि असाइनमेंट थानू मैं सेंड करती है व्हाट्सएप के उत्ते, वो क्वेश्चन सॉल्व कर लियो, ठीक है। तो जो थानू मैं सेंड किया आ नोट्स ये सोल्यूशन के, तो वो टॉपिक्स जोड़े आ भी प्रूव करो एलिवेशन बॉइलिंग पॉइंट इज कोलीगेटिव प्रॉपर्टी, वो प्रूव किया है उन्होंने पढ़ लियो, ठीक है। क्योंकि वो कंटेंट है थोड़े अकॉर्डिंग टू एग्जाम सिलेबस आ, ठीक है। तो सही आ। तो न्यूमेरिकल थानू असाइनमेंट सेंड कर दूंगा मैं, वो कर लियो। तो नैक्सट अपने को सिर्फ एक टॉपिक रह गया ऑस्मोटिक प्रैशर अपनी लास्ट कोलीगेटिव प्रॉपर्टी है, तो नाल एक वेंटो फैक्टर मैं थानू करवाऊँगा जो क्लासेस लगणगियां, इत्थे नहीं करवाना, बहुत लेंथी चल जाना नहीं, वो चंगी तरह जो समझाना हो, ठीक है। तो अपना एक टॉपिक रह गया ऑस्मोटिक प्रैशर, छोटा जिहा टॉपिक है 10 मिनट का, तो उन्होंने आप अगले लैक्चर च करांगे।